हालेलुया। आइए ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਵਾਂਗੇ, ਖੁਦਾ ਦੇ ਵਚਨ ਨੂੰ ਸੁਣਾਂਗੇ। ਸੋ ਆਪ ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਜੈ ਮਸੀਹ ਦੀ ਆਖਦਾ ਹਾਂ। ਸੋ ਗੋਡ ਬlesਸ ਯੂ। ਪਰਮੇਸ਼ਰ ਆਪ ਸਭ ਨੂੰ ਆਸ਼ੀਸ਼ ਦੇਵੇ। ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਲਾਈਵ ਪ੍ਰੋਗਰਾਮ ਕਰਨ ਦੇ ਲਈ ਇਹ ਫਜ਼ਲ ਬਖਸ਼ਿਆ ਕਿ ਅਸੀਂ ਖੁਦਾਵੰਦ ਦੇ ਵਚਨ ਨੂੰ ਆਪ ਤੱਕ ਪਹੁੰਚਾ ਸਕੀਏ। ਸੋ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ। ਸੋ ਹੁਣ ਟਾਈਮ ਹੈ, ਹੁਣ ਸਮਾਂ ਹੈ ਕਿ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ, ਪਰਮੇਸ਼ਰ ਦੇ ਵਚਨ ਨੂੰ ਸੁਣੀਏ। ਮੇਰੇ ਪ੍ਰਿਓ, ਮੈਂ ਹਮੇਸ਼ਾ ਹੀ ਆਖਦਾ ਹਾਂ ਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਾਂ ਤੇ ਅਸੀਂ ਕੋਈ ਆਮ ਤੇ ਸਧਾਰਨ ਗੱਲ ਨੂੰ ਨਹੀਂ ਸੁਣਦੇਗੇ, ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ। ਸੋ ਜਿਹੜਾ ਵਿਅਕਤੀ ਵਚਨ ਦੇ ਵਿੱਚ ਲਿਖਿਆ ਹੈ, ਵਚਨ ਦੇ ਉੱਤੇ ਚਿੱਤ ਲਗਾਉਂਦਾ ਹੈ, ਉਹਦਾ ਭਲਾ ਹੁੰਦਾ ਹੈ। ਸੋ ਹੁਣ ਟਾਈਮ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਕਲਾਮ ਦੇ ਵਿੱਚੋਂ ਸੁਣੀਏ ਔਰ ਪਰਮੇਸ਼ਰ ਦੇ ਵਚਨ ਦੀ ਆਵਾਜ਼ ਦੇ ਉੱਤੇ ਆਪਣੇ ਕੰਨਾਂ ਨੂੰ ਲਗਾਈਏ। ਆइए मेरे नाम खा लिए परमेश्वर के वचन के विचों लूका चैप्टर नंबर 15 निकाल लीजिए और 15 का 11 वचन पढ़िए, 11 वचन से पढ़ेंगे आगे तक। हाँ जी, पढ़ दीजिए। फिर उसने कहा कि एक मनुख दे दो पुत्र सन ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭੂ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਔਰ ਉੱਥੇ ਆਪਣਾ ਮਾਲ ਵੱਧ ਚਲਣੀ ਨਾਲ ਉਡਾ ਦਿੱਤਾ। ਬਸ ਸਭ ਬੋਲਿਓ ਹਾਲੇਲੂਇਆ, ਹਾਲੇਲੂਇਆ। ਇਸ ਜਗ੍ਹਾ ਤੇ ਪਰਮੇਸ਼ਵਰ ਦੇ ਕਲਾਮ ਦੇ ਵਿੱਚ ਲਿਖਿਆ ਯੀਸ਼ੂ ਮਸੀਹ ਦੇ ਦ੍ਰਿਸ਼ਟਾਂਤ ਦੇ ਰਿਹਾ, ਇੱਕ ਐਗਜ਼ਾਮਪਲ ਦੇ ਰਿਹਾ, ਇੱਕ ਉਦਾਹਰਨ ਦੇ ਰਿਹਾ। ਇਸ ਉਦਾਹਰਨ ਦੇ ਦੁਆਰਾ ਉਹ ਸਮਾਜ ਤੱਕ, ਉਹ ਦੁਨੀਆ ਤੱਕ, ਉਹ ਆਪ ਸਭ ਤੱਕ, ਹਰ ਇੱਕ ਵਿਅਕਤੀ ਤੱਕ ਆਪਣੇ ਵਚਨ ਨੂੰ ਪਹੁੰਚਾਉਣਾ ਚਾਹੁੰਦੇ ਹੋ। ਇਸ ਐਗਜ਼ਾਮਪਲ ਦੇ ਦੁਆਰਾ, ਇਸ ਦ੍ਰਿਸ਼ਟਾਂਤ ਦੇ ਦੁਆਰਾ ਯੀਸ਼ੂ ਮਸੀਹ ਆਪ ਸਭ ਦੇ ਨਾਲ ਗੱਲ ਕਰਨਾ ਚਾਹੁੰਦੇ ਆ। ਔਰ ਮੇਰੇ ਪਿਓ, ਪਰਮੇਸ਼ਵਰ ਦੇ ਕਲਾਮ ਦੇ ਵਿੱਚ ਲਿਖਿਆ, ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ, ਇੱਕ ਵਿਅਕਤੀ ਸੀਗਾ ਤੇ ਉਹਦੇ ਦੋ ਮੁੰਡੇ ਸੀਗੇ, ਉਹਦੇ ਦੋ ਪੁੱਤਰ ਸੀਗੇ। ਵਚਨ ਦੇ ਵਿੱਚ ਲਿਖਿਆ ਵਾ ਕਿ ਜਿਹੜਾ ਛੋਟਾ ਪੁੱਤਰ ਸੀਗਾ ਉਸਨੇ ਕਿਹਾ, ਪਿਤਾ ਜੀ ਮਾਲ ਦਾ ਜਿਹੜਾ ਵੀ ਹਿੱਸਾ ਮੇਰੇ ਹੱਕ ਦੇ ਵਿੱਚ ਆਉਂਦਾ ਹੈ, ਮੇਰੀ ਹਿੱਸੇ ਦੇ ਵਿੱਚ ਆਉਂਦਾ ਹੈ, ਤੁਸੀਂ ਉਹ ਮੈਨੂੰ ਦੇ ਦਿਓ। ਔਰ ਮੇਰੇ ਪ੍ਰਿयो, ਜਦੋਂ ਪਿਤਾ ਤੋਂ ਪੁੱਤਰ ਨੇ ਆਪਣੀ ਜਾਇਦਾਦ, ਆਪਣੀ ਹਿੱਸਾ ਮੰਗਿਆ ਹੋਵੇਗਾ ਤਾਂ ਮੇਰੇ ਪ੍ਰਿयो ਉਸ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਹੋਵੇਗਾ। ਅੱਜ ਵੀ ਸੰਸਾਰ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਿਤਾ ਤੋਂ, ਆਪਣੇ ਘਰ ਤੋਂ ਅਲੱਗ ਹੋਣਾ ਚਾਹੁੰਦੇ ਆ। ਇਹ ਹਿੱਸਾ ਮੰਗਣ ਦਾ ਮਤਲਬ ਹੈ ਇਹ ਆਪਣੇ ਪਿਤਾ ਤੋਂ ਅਲੱਗ ਹੋਣਾ ਚਾਹੁੰਦਾ ਹੈ, ਇਹ ਆਪਣੇ ਘਰ ਨੂੰ ਛੱਡਣਾ ਚਾਹੁੰਦਾ ਹੈ, ਇਹ ਆਪਣੇ ਪਿਤਾ ਤੋਂ ਆਪਣੇ ਨਾਤੇ ਨੂੰ, ਆਪਣੇ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹੈ। ਔਰ ਇਹ ਕਹਿ ਰਿਹਾ ਵਾ ਕਿ ਪਿਤਾ ਜੀ ਮੇਰੇ ਮਾਲ ਦਾ ਜੋ ਵੀ ਹਿੱਸਾ ਮੈਨੂੰ ਪਹੁੰਚਦਾ ਹੈ ਉਹ ਮੈਨੂੰ ਦੇ ਦਿਓ। ਔਰ ਵਚਨ ਦੇ ਵਿੱਚ ਲਿਖਿਆ, ਪਿਤਾ ਨੇ ਇਸ ਨੂੰ ਜੋ ਇਹਦਾ ਬਣਦਾ ਸੀਗਾ ਇਹਨੂੰ ਕੀ ਕਰ ਦਿੱਤਾ, ਦੇ ਦਿੱਤਾ, ਇਹਨੂੰ ਵੰਡ ਦਿੱਤਾ। ਔਰ ਵਚਨ ਦੇ ਵਿੱਚ ਲਿਖਿਆ, ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭੋ ਕੁਝ ਇਕੱਠਾ ਕਰਕੇ ਜੋ ਉਹਦੇ ਹਿੱਸੇ ਦੇ ਵਿੱਚ, ਜੋ ਉਹਦੀ ਜਾਇਦਾਦ ਦੇ ਹਿੱਸੇ ਦੇ ਵਿੱਚ ਆਉਂਦਾ ਸੀਗਾ, ਜੋ ਉਹਦੀ ਹੱਕ ਬਣਦਾ ਸੀਗਾ, ਉਸ ਨੂੰ ਉਹਦੇ ਪਿਤਾ ਨੇ ਦੇ ਦਿੱਤਾ। ਔਰ ਜਦੋਂ ਉਹਨੇ ਉਹ ਸਭ ਆਪਣਾ ਮਟੀਰੀਅਲ, ਪੈਸਾ, ਸੋਨਾ, ਚਾਂਦੀ ਔਰ ਮੇਰੇ ਪ੍ਰਿयो ਘਰੇਲੂ ਚੀਜ਼ਾਂ ਉਹਨੇ ਸਭ ਆਪਣੀਆਂ ਇਕੱਠੀਆਂ ਕੀਤੀਆਂ। ਔਰ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਕਿ ਉਹ ਦੂਰ ਦੇਸ਼ ਨੂੰ ਚਲਾ ਗਿਆ। ਔਰ ਵਚਨ ਦੇ ਵਿੱਚ ਲਿਖਿਆ, ਜਦੋਂ ਦੂਰ ਦੇਸ਼ ਨੂੰ ਚਲਾ ਗਿਆ ਔਰ ਉਸ ਜਗ੍ਹਾ ਤੇ ਜਾ ਕੇ ਉਹਨੇ ਆਪਣਾ ਸਾਰਾ ਮਾਲ, ਸਾਰੇ ਦਾ ਮਤਲਬ ਵਾ ਜੋ ਵੀ ਉਹਨੇ ਆਪਣੇ ਪਿਤਾ ਤੋਂ ਲਿਆ ਸੀ, ਜੋ ਵੀ ਉਹਦੀ ਜਾਇਦਾਦ ਸੀਗਾ, ਜੋ ਵੀ ਉਹਦਾ ਹਿੱਸਾ ਸੀਗਾ, ਵਚਨ ਦੇ ਵਿੱਚ ਲਿਖਿਆ, ਚਾਹੇ ਉਹ ਸੋਨਾ ਹੋਵੇ, ਚਾਹੇ ਉਹ ਚਾਂਦੀ ਹੋਵੇ, ਚਾਹੇ ਉਹ ਪੈਸਾ ਹੋਵੇ, ਚਾਹੇ ਉਹਦੀ ਇੱਜ਼ਤ ਹੋਵੇ, ਐਨੀਵੇ ਕੁਝ ਵੀ ਹੋਵੇ, ਵਚਨ ਦੇ ਵਿੱਚ ਲਿਖਿਆ ਉਸਨੇ ਉਹ ਪਦ ਚੱਲਣੀ ਦੇ ਵਿੱਚ ਕੀ ਕਰ ਦਿੱਤਾ, ਉਠਾ ਦਿੱਤਾ। ਪਦ ਚੱਲਣੀ ਦਾ ਮਤਲਬ ਹੁੰਦਾ ਬੁਰੇ ਕੰਮਾਂ ਦੇ ਵਿੱਚ, ਮਾੜੇ ਕੰਮਾਂ ਦੇ ਵਿੱਚ, ਮਾੜੀਆਂ ਗੱਲਾਂ ਦੇ ਵਿੱਚ ਉਸਨੇ ਮਾੜੀ ਸੁਸਾਇਟੀ ਦੇ ਨਾਲ ਆਪਣੇ ਰਿਸ਼ਤੇ ਨੂੰ ਜੋੜ ਲਿਆ, ਆਪਣੇ ਪਿਤਾ ਤੋਂ ਰਿਸ਼ਤੇ ਨੂੰ ਤੋੜ ਕੇ ਮਾੜੀ ਸੁਸਾਇਟੀ ਦੇ ਨਾਲ, ਸ਼ੈਤਾਨ ਦੇ ਨਾਲ, ਸ਼ੈਤਾਨ ਦੇ ਕੰਮਾਂ ਦੇ ਨਾਲ ਮੇਰੇ ਪ੍ਰਿयो ਇਸ ਵਕਤ ਉਹਨੇ ਆਪਣੇ ਰਿਸ਼ਤੇ ਨੂੰ ਕੀ ਕਰ ਲਿਆ, ਜੋੜ ਲਿਆ। ਔਰ ਸ਼ੈਤਾਨ ਦੇ ਨਾਲ, ਸੰਸਾਰ ਦੇ ਨਾਲ ਜਦੋਂ ਉਹਨੇ ਰਿਸ਼ਤਾ ਜੋੜ ਲਿਆ ਤੇ ਵਚਨ ਦੇ ਵਿੱਚ ਲਿਖਿਆ ਉਹਨੇ ਆਪਣਾ ਸਾਰਾ ਮਾਲ, ਆਪਣੀ ਸਾਰੀ ਧਨ, ਆਪਣੀ ਸਾਰੀ ਦੌਲਤ, ਆਪਣਾ ਸੋਨਾ, ਆਪਣਾ ਚਾਂਦੀ ਉਸਨੇ ਪਦ ਚੱਲਣੀ ਦੇ ਵਿੱਚ ਕੀ ਕਰ ਦਿੱਤਾ, ਉਡਾ ਦਿੱਤਾ। ਅੱਜ ਵੀ ਮੇਰੇ ਪ੍ਰਿयो ਸੰਸਾਰ ਦੇ ਉੱਤੇ ਬਹੁਤ ਸਾਰੇ ਲੋਕ ਵਾ ਜਿਹੜੇ ਆਪਣੇ ਪਿਤਾ ਤੋਂ ਅਲੱਗ ਹੋਣਾ ਚਾਹੁੰਦੇ ਆ। ਪਿਤਾ ਦਾ ਮਤਲਬ ਵਾ ਮੇਰੇ ਪ੍ਰਿयो ਸੰਸਾਰਿਕ ਗੱਲ ਦੀ, ਸੰਸਾਰਿਕ ਯੀਸ਼ੂ ਮਸੀਹ ਐਗਜ਼ਾਮਪਲ ਦੇ ਕੇ ਕਹਿ ਰਿਹਾ ਵਾ ਕਿ ਮਤਲਬ ਕਿ ਉਹ ਆਪਣੇ ਪਿਤਾ ਤੋਂ ਅਲੱਗ ਹੋ ਗਿਆ। ਪਿਤਾ ਦਾ ਕਹਿਣ ਦਾ ਮਤਲਬ ਹੈ ਕਿ ਉਹਨੇ ਆਪਣੇ ਘਰ ਨੂੰ, ਆਪਣੀ ਜਾਇਦਾਦ ਨੂੰ ਕੀ ਕਰ ਦਿੱਤਾ, ਛੱਡ ਦਿੱਤਾ। ਅੱਜ ਵੀ ਸੰਸਾਰ ਤੇ ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਪਿਤਾ ਦੇ ਘਰ ਨੂੰ ਛੱਡੀ ਬੈਠੇ ਆ। ਔਰ ਮੇਰੇ ਪ੍ਰਿयो ਯੀਸ਼ੂ ਮਸੀਹ ਨੇ ਆਖਿਆ, ਰਾਹ, ਸੱਚਾਈ ਤੇ ਜ਼ਿੰਦਗੀ ਮੈਂ ਹਾਂ। ਅੱਜ ਪਰਮੇਸ਼ਵਰ ਯੀਸ਼ੂ ਮਸੀਹ ਤੁਹਾਨੂੰ ਆਵਾਜ਼ ਦੇ ਰਿਹਾ। ਵਚਨ ਦੇ ਵਿੱਚ ਲਿਖਿਆ, ਪਰਮੇਸ਼ਵਰ ਨੇ ਜਗਤ ਨਾਲ ਐਸਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ
इस संसार दे लई दुनिया दे लई दे दिता। जो कोई भी ओदे पुत्र यीशु मसीह दे उत्ते विश्वास करे वो नाश ना होवे बल्कि अनंत जीवन पावे। यीशु मसीह दे नाल रिश्ता जोड़न दे नाल, यीशु मसीह दे नाल संबंध जोड़न दे नाल, यीशु मसीह नूं ग्रहण करन दे नाल साडा रिश्ता पिता दे नाल जुड़ जांदा है। और इस जगह ते हजारों पुत्र ने अपने पिता दे नाल रिश्ते नूं की कर लिया है, तोड़ लिया है। और अज भी मेरे प्रियो बहुत सारे लोकां दा रिश्ता अपने पिता दे नाल परमेश्वर दे नाल टुटा होया है। हो सकदा तुहाडा रिश्ता संसार नाल बहुत वधिया होवे, मैं पहला भी एक दिन दस्सिया सी, हो सकदा दुनिया दे नाल बहुत वधिया होवे, हो सकदा तुहाडा रिश्ता भैन भरावां दे नाल बहुत वधिया होवे, हो सकदा तुहाडा रिश्ता आंडिया गवांडियां दे नाल बहुत वधिया होवे, हो सकदा तुहाडा रिश्ता पास्टरां दे नाल भी बड़ा वधिया होवे। पर मैंने एक गल नहीं रखदी कि संसार नाल तुहाडा रिश्ता कितना वधिया है, मैंने एक गल रखदी आ कि यीशु मसीह दे नाल तुहाडा रिश्ता कितना क वधिया है। और मेरे प्रियो इन्हें संसार दे नाल ता रिश्ता बहुत वधिया बना लिया, दुनिया नाल ता रिश्ता बहुत वधिया बना लिया, संसार दी गल्लां दा रिश्ता बहुत वधिया बना लिया, आंडिया गवांडियां दा रिश्ता बहुत वधिया बना लिया, सज्जन मित्र दोस्तां दा रिश्ता बहुत वधिया बना लिया। पर अपने पिता दे नालों इन्हें अपने रिश्ते नूं की कर लिया, तोड़ लिया। अज भी इस संसार ते दुनिया ते बहुत सारे लोग वा जिहड़े पिता दे नाल उन्हां दा रिश्ता टुटिया होया है, पर दुनिया दे नाल रिश्ता जुड़िया होया है, दुनिया दे नाल रिश्ता जुड़िया है। अज सानू अपनी जिंदगी दे विच झाती मारन दी लोड़ है, अज सानू अपनी जिंदगी दे उत्ते मेरे प्रियो के गौर करन दी लोड़ है कि साडा रिश्ता अज दुनिया दे नाल जुड़िया वा या पिता दे नाल जुड़िया है, या पिता दे नाल टुटिया वा या संसार दे नाल टुटिया है। अगर संसार नाल तुहाडा रिश्ता टुटिया है ते तुसी शोक ना करो, अगर रिश्तेदार भैन भरा रुस गया ते तुसी नाराज ना हो, यीशु मसीह दे नाल तुहाडा रिश्ता टुटना नहीं चाहिए। हालेलुया। और वचन च लिखा इन्हें पद चलनी दे विच अपना सारी संपत्ति नूं की कर दिता, उड़ा दिता। अज बहुत सारे लोग वा जिहड़े पिता तो दूर हो जाते आ, जिहड़े वचन तो दूर हो जाते आ, जिहड़े बाइबल तो दूर हो जाते आ, जिहड़े यीशु मसीह तो दूर हो जाते आ, वो अक्सर लोग पद चलनी दे कम करने शुरू कर दिंदे आ। पद चलनी मतलब गालां कढणियां पद चलनी आ, विचार करना बदल चलनी पद चलनी है। पद चलनी का मतलब है भी गंदी चाल चलना, भैड़ी चाल चलना, निकम्मी चाल चलना, वो चाल चलना जिदे तो पिता प्रसन्न नहीं है, वो चाल चलना जिदे तो पिता खुश नहीं आ। अज बहुत सारे लोग इस संसार दे उत्ते इस चाल नूं चल रहे आ। अज मेरे प्रियो परमेश्वर चाहुंदा है कि असीं अच्छी चाल नूं चलीए, वो चाल चलीए जिहड़ी पिता नूं पसंद है, जिहड़ी पिता नूं वधिया लगदी है। मेरे प्रियो जिहड़ी तुहानूं वधिया लगदी वो चाल ना चलीए, जिहड़ी पिता नूं चाल वधिया लगदी है वो चाल चलीए। सब बोलिए हालेलुया, हालेलुया। जिक्या कि पद चलनी दे विच उड़ा दिता, तद की होया 14 वचन पढ़िए, ध्यान से सुनिए। जदों इहदा पद चलने दे विच इन्हें अपनी संपत्ति नूं, अपनी धन, अपनी दौलत नूं उड़ा दिता, तद की होया? हां जी, जाओ सब खर्च कर चुकिया, जब सब कुछ उन्हें खर्च कर लिया तां उस देश विच वड्डा काल पै गया। बाइबल दसदी है कि जिस देश दे विच अपना धन संपत्ति दौलत लेके गया सीगा, ओदा उत्थे सब कुछ खर्च हो गया ते ओ देश दे विच बहुत वड्डा की पै गया? काल पै गया। हां जी, अते ओ मुहताज होण लगा, मुहताज होण लगा। तां ओ उस देश दे किसे रहण वाले दे कोल जा रहा, अते उसने मुहताज दा मतलब है परेशान होण लगा, दुखी होण लगा। कदों? जदों ओदी संपत्ति, संसार दी संपत्ति जदों खत्म हो गई, जदों ओदे मेरे प्रियो जदों जिन्ना चक ओदे कोले पैसा सी ते उदों मुहताज नहीं होया, उदों ओनू वधिया लगदा सीगा क्योंकि ओदे कोले पैसा सी तो पैसे दे नाल कुछ भी खरीद सकदा सीगा। पर मेरे प्रियो जदों उसदा सब कुछ खत्म हो गया, जिहड़ियां चीज़ां ते ओदा भरोसा सीगा, जदों ओदा सब कुछ चला गया ते उस तो बाद लिखिया वो मुहताज होण लगा। कई वारी सानू भी उन्ना चक तां जिंदगी बड़ी वधिया लगदी आ जिन्ना चक साडे कोले कुछ हुंदा वा, ते जदों साडे कोले कुछ हुंदा नहीं ना पल्ले ते उदों पता लगदा है असीं उदों परेशान होण लगदे आ, दुखी होण लगदे आ। मेरे प्रियो मैं एक गल कहना हुंदा वा, अगर तुहाडे कोले लाखां रुपया वा ते यीशु मसीह तुहाडे कोले नहीं आ ते तुहाडी तुसीं मुहताज होण वाले हो, समझो। तुसीं अपनी जिंदगी च परेशान रहण वाले व्यक्ति हो, तुसीं दुखी होण वाले व्यक्ति हो, तुहाडी जिंदगी च कल्लापन होवेगा, तुहाडी जिंदगी च शांति आनंद खुशी नहीं होएगी। अगर तुहाडी जिंदगी च एक रुपया भी नहीं आ ते तुहाडी जिंदगी च यीशु है ना ते तुसीं अपनी जिंदगी च मुहताज कदी भी नहीं होगे। बोले हालेलुया। तुसीं अपनी जिंदगी च निराश कदे भी नहीं होगे। क्यों? क्योंकि तुहानू होवे होवेगा, तुहानू अणख होवेगी, दुनिया दी दौलत मेरे कोले नहीं आ पर दुनिया नू बनाउण वाला मेरे कोल है। ओदा नाम है प्रभु यीशु मसीह। बोलिए हालेलुया, हालेलुया।
ਉਹ ਮੇਰੇ ਕੋਲ ਹੈ। ਔਰ ਜਿਹਦੇ ਕੋਲੇ ਯਿਸੂ ਮਸੀਹ ਆ ਉਹਦੇ ਕੋਲੇ ਆਨੰਦ ਹੈ, ਉਹਦੇ ਕੋਲੇ ਸ਼ਾਂਤੀ ਹੈ, ਉਹਦੇ ਕੋਲੇ ਖੁਸ਼ੀ ਹੈ। ਜਿਹਦੇ ਕੋਲੇ ਯਿਸੂ ਮਸੀਹ ਨਹੀਂ ਆ ਉਹਦੇ ਕੋਲੇ ਕੁਝ ਵੀ ਨਹੀਂ ਆ। ਮੇਰੇ ਪ੍ਰਿਯੋ, ਯਿਸੂ ਮਸੀਹ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਵਚਨ ਦੇ ਵਿੱਚ ਲਿਖਿਆ ਕਿ ਇਸ ਨੇ ਜਦੋਂ ਇਹਦਾ ਸਭ ਕੁਝ ਖਰਚ ਹੋ ਗਿਆ ਤੇ ਉਹ ਦੇਸ਼ ਦੇ ਵਿੱਚ ਵੱਡਾ ਕਾਲ ਪੈ ਗਿਆ ਤੇ ਉਸ ਜਗ੍ਹਾ ਤੇ ਮੁਹਤਾਜ ਹੋਣ ਲੱਗਾ, ਦੁਖੀ ਹੋਣ ਲੱਗਾ, ਪਰੇਸ਼ਾਨ ਹੋਣ ਲੱਗਾ। ਤਾਂ ਵਚਨ ਦੇ ਵਿੱਚ ਲਿਖਿਆ ਕਿ ਇਹ ਕਿਸੇ ਉਸ ਦੇਸ਼ ਦੇ ਰਹਿਣ ਵਾਲੇ ਕਿਸੇ ਵਿਅਕਤੀ ਦੇ ਕੋਲੇ ਗਿਆ ਕੰਮ ਦੇ ਲਈ, ਜੌਬ ਦੇ ਲਈ, ਨੌਕਰੀ ਦੇ ਲਈ, ਉਹ ਆਪਣੇ ਕਾਰੋਬਾਰ ਦੇ ਲਈ, ਤਾਂ ਕਿ ਆਪਣਾ ਰੁਜ਼ਗਾਰ ਚਲਾ ਸਕੇ, ਤਾਂ ਕਿ ਆਪਣਾ ਪੇਟ ਭਰ ਸਕੇ, ਤਾਂ ਕਿ ਆਪਣੇ ਕਾਰੋਬਾਰ ਨੂੰ ਕਰ ਸਕੇ, ਤਾਂ ਕਿ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਸਕੇ। ਇਹ ਕਿਸੇ ਵਿਅਕਤੀ ਦੇ ਕੋਲੇ ਕੰਮ ਪੁੱਛਣ ਦੇ ਲਈ ਗਿਆ। ਤਦ ਕੀ ਹੋਇਆ? ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ। ਔਰ ਉਹ ਉਹਨਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿੰਨੇ ਉਹਨੂੰ ਕੁਝ ਨਾ ਦਿੱਤਾ। ਬਸ ਧਿਆਨ ਸੇ ਸੁਣੀਏ, ਦੇਖਿਓ ਪਿਤਾ ਦੇ ਘਰ ਕਿੰਨਾ ਵਧੀਆ ਰਹਿੰਦਾ ਸੀ, ਕਿੰਨਾ ਬੈਸਟ ਸੀ, ਕਿੰਨਾ ਅੱਛਾ ਸੀ। ਤੇ ਪਿਤਾ ਦੇ ਘਰ ਨੂੰ ਛੱਡ ਕੇ ਜਾਇਦਾਦ ਖਤਮ ਹੋ ਗਈ ਆ, ਪੈਸਾ ਖਤਮ ਹੋ ਗਿਆ, ਰਿਸ਼ਤੇਦਾਰ ਛੱਡ ਗਏ ਆ, ਦੋਸਤ ਉਹ ਵੀ ਉਹ ਜਿਹੜੇ ਛੱਡ ਗਏ ਆ। ਜਿੰਨਾ ਤੱਕ ਪੈਸਾ ਸੀ ਉਹਨਾਂ ਤੱਕ ਦੋਸਤ ਸੀ, ਤੇ ਹੁਣ ਦੋਸਤ ਵੀ ਲਾਗੇ ਲੱਗਦੇ ਨਹੀਂ ਆ। ਹੁਣ ਕੰਮ ਲੱਭਣ ਦੇ ਲਈ ਗਿਆ ਵਾ ਤਾਂ ਕਿ ਆਪਣਾ ਪੇਟ ਭਰ ਸਕੇ। ਸੂਰ ਚਾਰਨਾ ਕੰਮ ਕਿਹੜਾ ਮਿਲਿਆ ਵਾ? ਸੂਰ ਚਾਰਨ ਦਾ। ਔਰ ਪੁਰਾਣੇ ਸਮਿਆਂ ਦੇ ਵਿੱਚ ਸੂਰ ਚਾਰਨਾ ਇੱਕ ਮੇਰੇ ਪ੍ਰਿਯੋ ਬਹੁਤ ਘਟੀਆ ਤੇ ਨਕਮਾ ਕੰਮ ਸਮਝਿਆ ਜਾਂਦਾ ਸੀ, ਬੇਕਾਰ ਕੰਮ ਸਮਝਿਆ ਜਾਂਦਾ ਸੀ। ਕਿਹੜਾ ਕੰਮ ਸਮਝਿਆ ਜਾਂਦਾ ਸੀ? ਬੇਕਾਰ, ਨਕਮਾ, ਘਟੀਆ ਕੰਮ ਕੀਆ ਸਮਝਿਆ ਜਾਂਦਾ ਸੀ, ਹਨਾ। ਔਰ ਮੇਰੇ ਪ੍ਰਿਯੋ, ਵਚਨ ਦੇ ਵਿੱਚ ਲਿਖਿਆ ਵਾ ਇਹ ਸੂਰ ਚਾਰਨ ਲੱਗਾ ਤੇ ਜਿਹੜੇ ਸੂਰ ਚੀਜ਼ਾਂ ਖਾਂਦੇ ਹੁੰਦੇ ਸੀ ਉਹਨਾਂ ਛਿੱਲੜਾਂ ਦੇ ਨਾਲ ਸੂਰ ਖਾਂਦੇ ਸੀ, ਇਹਨਾਂ ਨਾਲ ਹੀ ਇਹ ਵੀ ਆਪਣਾ ਕੀ ਕਰਦਾ ਸੀ? ਢਿੱਡ ਭਰਦਾ ਸੀਗਾ। ਤੇ ਇਹਨੂੰ ਕਿਸੇ ਨੇ ਲਿਖਿਆ ਪਰ ਕਿੰਨੇ ਉਹਨੂੰ ਕੁਝ ਨਾ ਦਿੱਤਾ। ਪਿਤਾ ਤੋਂ ਬਗੈਰ ਕੌਣ ਦਿੰਦਾ? ਪਿਤਾ ਤੋਂ ਬਗੈਰ ਕੌਣ ਦਿੰਦਾ? ਹਨਾ। ਜਿਹਦੇ ਨਾਲ ਪਿਆਰ ਹੋਵੇ ਉਹੀ ਉਹ ਕਿਸੇ ਨੂੰ ਦੇ ਸਕਦਾ ਹੈ। ਜਿਹਦੇ ਨਾਲ ਕਿਸੇ ਦਾ ਕੁਝ ਪਿਆਰ ਨਾ ਹੋਵੇ ਉਹ ਕਦੇ ਵੀ ਕਿਸੇ ਨੂੰ ਕੁਝ ਦਿੰਦਾ ਨਹੀਂ ਆ। ਪਿਤਾ ਤਾਂ ਮੇਰੇ ਪਿਓ ਪਿਆਰ ਤਾਂ ਕੀ, ਪਿਤਾ ਤਾਂ ਆਪਣੇ ਬੱਚਿਆਂ ਦੇ ਲਈ ਜਾਨ ਵੀ ਦੇਣ ਦੇ ਲਈ ਤਿਆਰ ਹੈ। ਬੋਲਿਓ ਹਾਲੇਲੂਇਆ। ਜਿਹੜੇ ਪਿਤਾ ਹੁੰਦੇ ਆ ਨਾ, ਮਾਤਾ ਜਾਂ ਪਿਤਾ ਹੁੰਦਾ ਵਾ, ਉਹ ਆਪਣੇ ਬੱਚਿਆਂ ਦੇ ਲਈ ਜਾਇਦਾਦ ਹੀ ਨਹੀਂ, ਉਹ ਆਪਣੇ ਬੱਚਿਆਂ ਦੇ ਲਈ ਜਾਨ ਵੀ ਦੇਣ ਦੇ ਲਈ ਕੀ ਹੋ ਜਾਂਦੇ ਆ? ਤਿਆਰ ਹੋ ਜਾਂਦੇ ਆ। ਪਰ ਮੇਰੇ ਪ੍ਰਿਯੋ, ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਐਸ਼ ਪ੍ਰਸਤੀ ਦੇ ਲਈ ਗਿਆ ਹੋਇਆ ਸੀ ਕਿ ਸ਼ਾਇਦ ਮੈਂ ਵਧੀਆ ਰਹੂੰਗਾ। ਹੋ ਸਕਦਾ ਤਾਂ ਪਿਤਾ ਨੂੰ ਡਾਂਟਦਾ ਹੋਵੇ, ਇਹਨੂੰ ਝਿੜਕਦਾ ਹੋਵੇ, ਇਹਨੂੰ ਮਾੜੇ ਕੰਮਾਂ ਤੋਂ ਰੋਕਦਾ ਹੋਵੇ ਤੇ ਪਿਤਾ ਇਹਨੂੰ ਚੰਗਾ ਨਾ ਲੱਗਦਾ ਹੋਵੇ। ਅੱਜ ਵੀ ਕਈ ਵਾਰ ਸਾਨੂੰ ਉਹ ਲੋਕ ਚੰਗੇ ਨਹੀਂ ਲੱਗਦੇ ਜਿਹੜੇ ਸਾਨੂੰ ਮਾੜੇ ਕੰਮਾਂ ਤੋਂ ਰੋਕਦੇ ਆ, ਜਿਹੜੇ ਸਾਨੂੰ ਭੈੜੇ ਕੰਮਾਂ ਤੋਂ ਰੋਕਦੇ ਆ, ਜਿਹੜੇ ਸਾਨੂੰ ਡਾਂਟਦੇ ਆ ਨਾ, ਜਿਹੜੇ ਸਾਨੂੰ ਝਿੜਕਦੇ ਆ, ਜਿਹੜੇ ਸਾਡੀ ਗਲਤੀ ਕੱਢਦੇ ਆ। ਕਈ ਵਾਰੀ ਉਹ ਸਾਨੂੰ ਚੰਗੇ ਨਹੀਂ ਲੱਗਦੇ। ਜਿਹੜੇ ਸਾਨੂੰ ਫੁੱਲੀਆਂ ਪਾਉਂਦੇ ਆ, ਪਿਆਰ ਦੀਆਂ ਗੱਲਾਂ ਕਰਦੇ ਆ, ਮਿੱਠੀਆਂ ਗੱਲਾਂ ਕਰਦੇ ਆ ਨਾ, ਉਹ ਬੜੇ ਵਧੀਆ ਲੱਗਦੇ ਆ, ਹਨਾ। ਇਹਨੂੰ ਉਹ ਵਧੀਆ ਲੱਗਦੇ ਸੀ ਤੇ ਹੁਣ ਉਹ ਕੀ ਆ? ਛੱਡ ਕੇ ਚਲੇ ਗਏ ਆ। ਤੇ ਹੁਣ ਕਿਹੜਾ ਯਾਦ ਆਉਣਾ ਵਾ? ਹੁਣ ਕਿਹੜਾ ਯਾਦ ਆਉਣਾ ਵਾ? ਉਹ ਪਿਤਾ ਹੀ ਯਾਦ ਆਉਣਾ ਵਾ ਜਿਹੜਾ ਝੜਕਾ ਮਾਰਦਾ ਸੀ। ਉਹ ਪਿਤਾ ਹੀ ਯਾਦ ਆਉਣਾ ਵਾ ਜਿਹੜਾ ਡਾਂਟਦਾ ਸੀ। ਉਹ ਪਿਤਾ ਹੀ ਯਾਦ ਆਉਣਾ ਵਾ ਜਿਹੜਾ ਮਾੜੇ ਕੰਮਾਂ ਤੋਂ ਰੋਕਦਾ ਸੀ। ਇੱਕ ਵਾਰੀ ਬੋਲਿਓ ਹਾਲੇਲੂਇਆ, ਹਾਲੇਲੂਇਆ। ਔਰ ਵਚਨ ਦੇ ਵਿੱਚ ਲਿਖਿਆ ਵਾ ਕਿ ਉਹਨਾਂ ਸੂਰਾਂ ਦੇ ਨਾਲ ਢਿੱਡ ਭਰਦਾ ਸੀ। ਤੇ ਉਹਨਾਂ ਪੁਰਾਣੇ ਸਮੇਂ ਦੇ ਵਿੱਚ ਸੂਰ ਚਾਰਨਾ ਇੱਕ ਬਹੁਤ ਹੀ ਘਟੀਆ ਕੰਮ ਹੁੰਦਾ ਸੀ। ਔਰ ਅਸੀਂ ਦੇਖਦੇ ਹਾਂ ਮੇਰੇ ਪ੍ਰਿਯੋ, ਸੂਰਾਂ ਦਾ ਖਾਣਾ ਕਿੱਦਾਂ ਦਾ ਹੁੰਦਾ ਹੈ। ਸੂਰ ਕੀ ਖਾਂਦੇ ਆ? ਗਲਿਆ ਸੜੀਆਂ ਚੀਜ਼ਾਂ, ਹੈ ਗਲੇ ਸੜੇ ਟਮਾਟਰ, ਸਬਜ਼ੀਆਂ, ਹਨਾ, ਫਰੂਟਸ, ਗਲਾ ਸੜਾ, ਕੀੜੇ ਮਕੌੜਿਆਂ ਵਾਲਾ, ਗੰਦੀ, ਹਨਾ, ਜਿਨ੍ਹਾਂ ਵਿੱਚੋਂ ਸਮੈਲ ਆਉਂਦੇ, ਚਿੱਕੜ ਦੇ ਵਿੱਚੋਂ ਰਹਿੰਦੇ ਆ, ਚਿੱਕੜ ਦੇ ਵਿੱਚੋਂ ਰਹਿੰਦੇ ਆ। ਇਸ ਵਕਤ ਉਹ ਚਿੱਕੜ ਵਾਲਾ ਕੰਮ ਕਰ ਰਿਹਾ। ਪਹਿਲਾਂ ਪਿਤਾ ਦੇ ਘਰ ਰਹਿੰਦਾ ਸੀ, ਪਤਾ ਤਾਂ ਹੁਣ ਲੱਗਣਾ। ਪਹਿਲਾਂ ਮੌਜ ਸੀ ਕਿ ਪਿਤਾ ਦਾ ਘਰ ਛੱਡ ਕੇ ਮੌਜ ਸੀ। ਤਦ ਕੀ ਹੋਇਆ? ਪੜ੍ਹੀਏ ਵਚਨ ਦੇ ਵਿੱਚ, ਧਿਆਨ ਸੇ ਸੁਣੀਏ। ਪਰ ਉਹਨੇ ਸੁਰਤ ਵਿੱਚ ਆਣ ਕੇ ਕਿਹਾ, ਸੁਰਤ ਚ ਆਇਆ। ਹੁਣ ਸੁਰਤ ਚ ਆਇਆ, ਪਹਿਲਾਂ ਸੁਰਤ ਚ ਨਹੀਂ ਸੀਗਾ। ਬੋਲੋ ਹਾਲੇਲੂਇਆ। ਕਈ ਲੋਕ ਉਦੋਂ ਸੁਰਤ ਚ ਆਉਂਦੇ ਆ ਜਦੋਂ ਠੋਕਰ ਲੱਗਦੀ ਆ। ਜਦੋਂ ਕੀ ਲੱਗਦੀ ਆ? ਠੋਕਰ ਲੱਗਦੀ ਆ, ਉਦੋਂ ਸੁਰਤ ਚ ਆਉਂਦੇ ਆ। ਹੁਣ ਸੁਰਤ ਚ ਆਇਆ। ਕੀ ਕਹਿੰਦਾ ਸੁਰਤ ਚ ਆ ਕੇ? ਭਾਈ ਮੇਰੇ ਪਿਓ ਦੇ ਕਿੰਨੇ ਹੀ ਕਾਮਿਆਂ ਲਈ ਵਾਪਰ ਰੋਟੀਆਂ ਹਨ। ਮੇਰੇ ਪਿਤਾ ਦੇ ਘਰ ਤਾਂ ਬੜੇ ਨੌਕਰ ਵਾ ਤੇ ਵਾਧੂ ਖਾਣਾ ਵਾ, ਵਾਧੂ ਰੋਟੀਆਂ ਵਾ, ਅਤੇ ਮੈਂ ਇੱਥੇ ਭੁੱਖਾ ਮਰਦਾ। ਮੈਂ ਇਸ ਦੇਸ਼ ਦੇ ਵਿੱਚ ਭੁੱਖਾ ਮਰ ਰਿਹਾ।
हाँ जी मैं उठ के अपने प्यो को ਹੁਣ ਸੁਰਤ ਚ ਆਇਆ, ਹੁਣ ਪਿਓ ਯਾਦ ਆਇਆ। ਜਦੋਂ ਝੜਕਦਾ ਸੀ ਤੇ ਉਦੋਂ ਯਾਦ ਨਹੀਂ ਸੀ ਆਉਂਦਾ ਹੈ ਨਾ। ਬੋਲੀਏ ਹਾਲੇਲੂਇਆ ਹਾਲੇਲੂਇਆ। ਹੁਣ ਪਿਓ ਯਾਦ ਆਇਆ ਵਾ। ਹੁਣ ਕਹਿੰਦਾ ਮੈਂ ਆਪਣੇ ਪਿਤਾ ਦੇ ਘਰ ਜਾਵਾਂਗਾ ਅਤੇ ਉਸ ਨੂੰ ਤੇ ਆਖਾਂਗਾ ਆਪਣੇ ਪਿਤਾ ਨੂੰ ਕਵਾਂਗਾ ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਤੇ ਮੈਂ ਕੀਤਾ। ਤੁਹਾਡੇ ਵਿਰੁੱਧ ਪਾਪ ਕੀਤਾ, ਗੁਨਾਹ ਕੀਤਾ ਵਾ। ਹੁਣ ਮੈਂ ਇਸ ਯੋਗ ਨਹੀਂ ਮੈਂ ਹੁਣ ਇਹਦੇ ਕਾਬਿਲ ਨਹੀਂ ਆ ਜੋ ਫਿਰ ਤੁਹਾਡਾ ਪੁੱਤਰ ਮੈਂ ਸਦਾ। ਦੁਬਾਰਾ ਤੁਹਾਡਾ ਮੁੰਡਾ ਕਹਿਲਾਵਾਂ। ਮੈਨੂੰ ਆਪਣੀਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਮੈਨੂੰ ਲਓ। ਆਪਣੇ ਨੌਕਰਾਂ ਦੇ ਵਿੱਚੋਂ ਇੱਕ ਨੌਕਰ ਸਮਝ ਕੇ ਹੀ ਆਪਣੇ ਘਰ ਦੇ ਵਿੱਚ ਰੱਖ ਲਓ, ਕਿਉਂਕਿ ਮੈਂ ਇੱਥੇ ਕੀ ਕਰ ਰਿਹਾ ਵਾਂ, ਭੁੱਖਾ ਮਰ ਰਿਹਾ ਵਾਂ। ਤੇ ਮੇਰੇ ਤੋਂ ਵਧੀਆ ਤਾਂ ਮੇਰੇ ਪਿਤਾ ਦੇ ਘਰ ਨੌਕਰ ਨਹੀਂ। ਪਿਤਾ मेरे प्रियो बहुत दयालु है, बहुत दयालु मेहरबान है। हालेलुया, सब बोलिए हालेलुया हालेलुया हालेलुया। और कहना मैं अपने पिता ਦੇ ਘਰ ਜਾਵਾਂਗਾ। ਕਦੋਂ? ਜਦੋਂ ਸੁਰਤ ਦੇ ਵਿੱਚ ਆਇਆ। ਜਿੰਨਾ ਚਿਰ ਇਹਦੇ ਕੋਲੇ ਪੈਸਾ ਸੀ ਉਹਨਾਂ ਚਿਰ ਪਿਤਾ ਦੀ ਯਾਦ, ਜਿੰਨਾ ਚਿਰ ਦੋਸਤ ਸੀ ਨਾਲ ਉਹਨਾਂ ਚਿਰ ਯਾਦ ਨਹੀਂ ਆਈ, ਹੈਨਾ। ਜਿੰਨਾ ਚਿਰ ਵਧੀਆ ਵਧੀਆ ਖਾਣਾ ਪੀਣਾ ਸੀਗਾ, ਵਧੀਆ ਵਧੀਆ ਕੱਪੜੇ ਪਾਉਂਦਾ ਸੀ, ਉਹਨਾਂ ਤੱਕ ਪਿਤਾ ਦੀ ਯਾਦ ਨਹੀਂ ਆਈ, ਹਨਾ। ਜਦੋਂ ਸਭ ਕੁਝ ਸੀਗਾ ਉਦੋਂ ਪਿਤਾ ਦੀ ਯਾਦ ਨਹੀਂ ਆਈ। ਜਦੋਂ ਪੱਲੇ ਕੱਖ ਨਹੀਂ ਰਿਹਾ ਉਦੋਂ ਕੌਣ ਯਾਦ ਆ ਗਿਆ? ਪਿਤਾ ਯਾਦ ਆ ਗਿਆ, ਹਨਾ। ਉਦੋਂ ਕੌਣ ਯਾਦ ਆ ਗਿਆ? ਪਿਤਾ ਯਾਦ ਆ ਗਿਆ। ਹਾਂਜੀ ਅੱਗੇ ਪੜ੍ਹੀ। ਹੁਣ ਮੈਂ ਆਪਣੇ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਹਾਂ ਮੈਨੂੰ ਸੋ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ। ਉੱਠ ਕੇ ਕਿੱਥੇ ਜਾ ਰਿਹਾ ਵਾ ਹੁਣ? ਆਪਦੇ ਪਿਓ ਦੇ ਕੋਲੇ, ਕਿਉਂਕਿ ਉਹਨੇ ਕਿਹਾ ਸੀ ਕਿ ਮੈਂ ਆਪਣੇ ਪਿਤਾ ਨੂੰ ਕਹਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਮੈਂ ਤੁਹਾਡੇ ਵਿਰੁੱਧ ਕੀ ਕੀਤਾ ਵਾ? ਪਾਪ ਕੀਤਾ ਵਾ, ਗੁਨਾਹ ਕੀਤਾ ਵਾ। ਹੁਣ ਮੈਂ ਇਹਦੇ ਕਾਬਿਲ ਨਹੀਂ ਕਿ ਤੁਹਾਡਾ ਪੁੱਤਰ ਕਹਿਲਾਵਾਂ। ਮੈਨੂੰ ਆਪਣਾ ਨੌਕਰਾਂ ਦੇ ਵਿੱਚੋਂ ਇੱਕ ਸਮਝ ਕੇ ਰੱਖ ਲਵੋ। ਹਾਂਜੀ, ਪਰ ਉਹ ਅਜੇ ਦੂਰ ਹੀ ਸੀ। ਅਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਡਿਠਾ। ਪਿਓ ਨੇ ਦੂਰੋਂ ਹੀ ਦੇਖ ਲਿਆ ਅਤੇ ਉਸ ਨੂੰ ਤਰਸ ਆਇਆ ਤੇ ਉਹਨੂੰ ਫਿਰ ਵੀ ਕੀ ਆਇਆ? ਬੋਲੋ ਹਾਲੇਲੂਇਆ। ਇਹ ਆ ਪਿਓ ਦਾ ਪਿਆਰ। ਇਹ ਕਿਹਦਾ ਪਿਆਰ? ਪਿਆਰ ਏ ਪਿਓ ਦਾ ਪਿਆਰ, ਹਨਾ। ਲਿਖਿਆ ਪਿਤਾ ਨੇ ਦੂਰੋਂ ਹੀ ਦੇਖ ਲਿਆ। ਇਹਦਾ ਮਤਲਬ ਪਿਤਾ ਤਾਂ ਇੰਤਜ਼ਾਰ ਕਰਦਾ ਸੀ ਕਿ ਮੇਰਾ ਪੁੱਤਰ ਇੱਕ ਨਾ ਇੱਕ ਦਿਨ ਕੀ ਆ ਜਾਵੇਗਾ? ਵਾਪਸ ਆ ਜਾਵੇਗਾ। ਇੱਕ ਨਾ ਇੱਕ ਦਿਨ ਕੀ ਆਵੇਗਾ? ਵਾਪਸ ਆਵੇਗਾ। ਅੱਜ ਵੀ ਬਹੁਤ ਸਾਰੇ ਲੋਕ ਵਾ ਜਿਹੜੇ ਪਿਤਾ ਤੋਂ ਦੂਰ ਵਾ, ਜਿਹੜੇ ਪਿਤਾ ਤੋਂ ਦੂਰ ਵਾ, ਤੇ ਪਿਤਾ ਉਹਨਾਂ ਦਾ ਕੀ ਕਰ ਰਿਹਾ ਵਾ? ਇੰਤਜ਼ਾਰ ਕਰ ਰਿਹਾ ਵਾ। ਕਿਹੜਾ ਪਿਤਾ? ਯਿਸੂ ਮਸੀਹ ਪਿਤਾ ਸਾਡਾ ਇੰਤਜ਼ਾਰ ਕਰ ਰਿਹਾ ਹੈ। ਉਹ ਪਿਤਾ ਜਿਹਨੇ ਤੁਹਾਨੂੰ ਬਣਾਇਆ, ਜਿਹਨੇ ਤੁਹਾਨੂੰ ਰਚਿਆ, ਜਿਹਨੇ ਤੁਹਾਨੂੰ ਦੁਨੀਆ ਤੇ ਭੇਜਿਆ, ਜਿਹਨੇ ਤੁਹਾਨੂੰ ਚੱਲਣ ਦੇ ਲਈ ਤਾਕਤ, ਬਲ ਔਰ ਇਹ ਸਾਹ ਬਖਸ਼ਿਆ, ਉਹ ਪਿਤਾ ਯਿਸੂ ਮਸੀਹ ਅੱਜ ਵੀ ਤੁਹਾਡਾ ਕੀ ਕਰ ਰਿਹਾ ਹੈ? ਇੰਤਜ਼ਾਰ ਕਰ ਰਿਹਾ। ਅਗਰ ਤੁਸੀਂ ਉਸ ਪਿਤਾ ਤੋਂ ਦੂਰ ਹੋ, ਅਗਰ ਤੁਸੀਂ ਭੈੜੇ ਕੰਮਾਂ 'ਚ ਫਸ ਚੁੱਕੇ ਹੋ, ਅਗਰ ਤੁਸੀਂ ਗੁਨਾਹ 'ਚ ਫਸ ਚੁੱਕੇ ਹੋ, ਦੁਸ਼ਟਤਾ ਦੇ ਕੰਮਾਂ 'ਚ ਫਸ ਚੁੱਕੇ ਹੋ, ਪਿਤਾ ਤੁਹਾਡੇ ਦਿਲ ਵਿੱਚ ਨਹੀਂ ਆ, ਪਿਤਾ ਦਾ ਪਿਆਰ ਤੁਹਾਡੇ ਦਿਲ ਵਿੱਚ ਨਹੀਂ ਆ, ਪਿਤਾ ਦੀ ਸ਼ਾਂਤੀ ਤੁਹਾਡੇ ਦਿਲ ਵਿੱਚ ਨਹੀਂ ਆ, ਪਿਤਾ ਦੀ ਖੁਸ਼ੀ ਤੁਹਾਡੀ ਜ਼ਿੰਦਗੀ 'ਚ ਨਹੀਂ ਆ, ਤੇ ਅੱਜ ਪਿਤਾ ਤੁਹਾਡਾ ਕੀ ਕਰ ਰਿਹਾ ਹੈ? ਇੰਤਜ਼ਾਰ ਕਰ ਰਿਹਾ है। सब बोलिए हालेलुया। मेरे मगर बोलो पिता परमेश्वर मेरा इंतजार कर रहा है। पिता परमेश्वर मेरा इंतजार, प्रभु यीशु मसीह मेरा इंतजार कर रहा है। प्रभु यीशु मसीह मेरा इंतजार कर रहा है। हालेलुया 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 हालेलुया। पिता यीशु मसीह साडा की कर रहा है? इंतजार कर रहा है। सब बोलिए हालेलुया हालेलुया। कहता पिता दूर तो की कर रहा है? इंतजार कर रहा है। पिता दूर तो की कर रहा है? इंतजार कर रहा है। हाँ जी। ਪਰ ਉਹ ਅਜੇ ਦੂਰ ਹੀ ਸੀ। ਅਜੇ ਦੂਰ ਹੀ ਸੀ। ਉਹਦੇ ਪਿਓ ਨੇ ਉਹਨੂੰ ਡਿਠਾ। ਪਿਓ ਨੇ ਦੂਰੋਂ ਵੇਖ ਲਿਆ ਅਤੇ ਉਸ ਨੂੰ ਤਰਸ ਆਇਆ। ਪਿਤਾ ਨੂੰ ਤਰਸ ਆਇਆ ਔਰ ਦੌੜ ਕੇ ਗਲੇ ਲਾ ਲਿਆ। ਦੌੜ ਕੇ ਗਲੇ ਲਾ ਲਿਆ। ਬੋਲੀ ਹਾਲੇਲੂਇਆ ਹਾਲੇਲੂਇਆ। ਪਿਤਾ ਨੇ ਗਲੇ ਲਾ ਲਿਆ। ਪਿਤਾ ਨੇ ਅੱਗੋਂ ਡਾਂਟਿਆ ਨਹੀਂ, ਝਿੜਕਿਆ ਨਹੀਂ। ਪਿਤਾ ਨੇ ਇਹ ਨਹੀਂ ਕਿਹਾ ਆ ਗਿਆ ਬਰਬਾਦੀ ਕਰਕੇ। ਪਿਤਾ ਨੇ ਬਸ ਤਰਸ ਆਇਆ ਆਪਣੇ ਪੁੱਤ ਤੇ, ਪਹਿਚਾਨ ਲਿਆ ਉਹਦੇ ਪੁੱਤ ਨੂੰ ਤੇ ਗਲੇ ਲਾ ਲਿਆ, ਸੀਨੇ ਦੇ ਨਾਲ ਲਾ ਲਿਆ, ਦੂਰੋਂ ਹੀ ਦੇਖ ਕੇ। ਹਾਂਜੀ। ਅਤੇ ਉਹਨੂੰ ਚੁੰਮਿਆ। ਉਹਨੂੰ ਚੁੰਮਿਆ, ਉਹਨੂੰ ਪਿਆਰ ਕਰ ਰਿਹਾ ਵਾ। ਹਾਂਜੀ। ਔਰ ਪੁੱਤਰ ਨੇ ਉਸ ਨੂੰ ਆਖਿਆ, ਪੁੱਤਰ ਨੇ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਔਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਤੁਹਾਡੇ ਅੱਗੇ ਕੀ ਕੀਤਾ ਹੈ? ਗੁਨਾਹ ਕੀਤਾ ਹੈ। ਮੇਰੇ ਪ੍ਰਿਓ, ਮੈਨੂੰ ਸਭ ਤੋਂ ਇੰਪੋਰਟੈਂਟ ਤੇ ਜ਼ਰੂਰੀ ਗੱਲ ਇਸ ਜਗ੍ਹਾ ਤੇ ਇੱਕ ਬਹੁਤ ਹੀ ਜ਼ਬਰਦਸਤ ਗੱਲ
कि इस बंदे नूं अपने कीते ते की हो रहा वा, पछतावा हो रहा है। कईयां लोकां नूं तां अपने कीते ते पछतावा भी नहीं हुंदा ते वो कदे भी माफी नहीं पाउंदे, वो कदे भी माफी नहीं पाउंदे। कई लोग ऐसे जिंदगी च मिल जाणगे, एक तां उन्हां ने गुनाह कीता हुंदा, एक पाप कीता हुंदा ते उत्तों अपने गुनाह दा उन्हां नूं कोई पछतावा भी नहीं हुंदा, उन्हां नूं अपने कीते ते कोई पछताप नहीं हुंदा। ऐदां ही बस आ मिलदे चलो जी कोई गल नहीं, जिवें दूजी भीड़ चली जाओ। मेरे प्रियो, पिता तुहाडी दिल नूं जाणदा है कि तुसीं किहड़े हिरदे किहड़े दिल दे नाल इस जगह ते बैठे हो, किहड़े हिरदे किहड़े दिल दे नाल मेरी आवाज़ नूं सुन रहे हो। की तुहानूं अपने कीतियां ते शर्म है, की तुहानूं अपने कीतियां ते पछताप है, की तुहानूं अपने कीतियां ते मेरे प्रियो ए पछतावा हो रहा वा कि मैं बहुत वड्डा गुनाह कीता है, मैं पाप कीता है। पाप की आ मेरे प्रियो, परमेश्वर तो दूर रहना पाप है, परमेश्वर दे नाल समा ना बिताना पाप है, परमेश्वर दी बंदगी बाइबल प्रार्थना ना करना भी एक पाप है। परमेश्वर तो वध के संसार नूं दुनिया नूं अपना सब कुछ बना लेना पाप है, परमेश्वर दी आज्ञावां नूं ना मनना एक पाप है, परमेश्वर दे वचन दे मुताबिक अपनी जिंदगी नूं नहीं जीना पाप है। और मेरे प्रियो, आज तुहानूं अपने कीते ते पछतावा हो रहा कि नहीं? अगर नहीं हो रहा इसदा मतलब है कि तुसीं पछताप नहीं कीता, तुहाडी माफी नहीं हुई, तो हो सकता है पिता तुहानूं अपने राज स्वर्ग दे विच ना लैके जावे। पर अज तुहाडे कोले टाइम है, तुहाडे कोले वक्त है, एक काट के माफी मांग रहा, की कह रहा? नहीं तो कह सकते मैं अपने पिता तो रोब मारूंगा, मेरा की कर लैणगे, मैं अपने पिता ते की मारूंगा, रोब पाऊंगा, मेरा की कर लैणगे, मैं उन्हें होर दुखी करूंगा, होर तंग करांगा, होर परेशान करांगा। पर अपनी सब तो इंपॉर्टेंट गल है मेरे प्रियो, इहदा घमंड, इहदा गरूर, इहदा मान टुट चुका है ते बस नीवी पा के अपने पिता दे कोल आ रहा है और कह रहा, पिता मैं तुहाडे विरुद्ध ते आकाश दे विरुद्ध की कीता है, पाप कीता है, मैं हुण इहदे काबिल नहीं कि मैं तुहाडा पुत्तर कहलावां, मैं इहदे योग नहीं कि मैं तुहाडा बेटा कहलावां, मैनूं अपने नौकरां दे विचों इक समझ के रख लो। पर पिता की करदा है? पढ़ी। और पिता ने अपने नौकरां नूं कहा, पिता ने नौकरां नूं आखिया कि सब तो चंगे बस्तर छेती कट के इहनूं वधिया तो वधिया कपड़े लेके आओ और ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀ ਜੁੱਤੀ हथ ਪਾਓ, दे विच अंगूठी पाओ ते पैरां दे विच वधिया जुत्ती पाओ। ਹੋਇਆ ਬੱਚਾ ਲਿਆ ਕੇ हाँ, ਕੱਟੋ ਪਈ ਖਾਈਏ ਤੇ ਖੁਸ਼ੀ ਕਰੀਏ। मीज बहुत बड़ा जश्न मनाया गया। किस गल दी खुशी? पिता दा पुत्र घर वापस आ गया। बोलो हालेलुया, ਹਾਲੇਲੂਇਆ, हालेलुया। हालेलुया। पिता ने ये नहीं पूछया तेरी जायदाद किथे आ, पिता ने ये जरूर पूछया होना कि पुत रोटी खाधी के नहीं खाधी, आ किदां दे कपड़े पाए आ तू। हालेलुया, हालेलुया। बोलो प्रभु यीशु मसीह की, जय। प्रभु यीशु मसीह की। ए ओ पिता वा जेड़ा हिसाब किताब भी लैंदा नहीं आ, बस तुहानूं अपने कीते ते पछतावा होना चाहिए। वो तुहाडी जिंदगी दा हिसाब किताब भी रखदा नहीं आ, तुसीं किहदे नाल लैण कीता, किहदे नाल देन कीता, किहदे नाल हेराफेरियां कीतियां, किहदे नाल ठगियां मारियां, किहदे नाल बेविचार कीता, किहनूं गालां कढियां, किहदे नाल तुसीं धोखा कीता, किहदे दिल दे प्रति तुसीं नफरत रखी आ। ਉਹਨੂੰ ਇਹਨਾਂ ਗੱਲਾਂ ਦਾ ਮਤਲਬ ਨਹੀਂ ਆ, ਉਹਨੂੰ ਇਸ ਗੱਲ ਦਾ ਮਤਲਬ ਵਾ ਕਿ ਤੁਸੀਂ ਜੋ ਵੀ ਕੀਤਾ ਹੈ, ਤੁਹਾਨੂੰ ਤੁਸੀਂ ਅਗਰ ਗਲਤ ਕੀਤਾ ਹੈ ਤੇ ਉਹਦੇ ਤੇ ਤੁਹਾਨੂੰ ਕੀ ਹੋਣਾ ਚਾਹੀਦਾ ਹੈ? ਪਛਤਾਵਾ ਹੋਣਾ ਚਾਹੀਦਾ ਕਿ ਮੈਂ ਕੀ ਕੀਤਾ ਹੈ, ਗਲਤ ਕੀਤਾ ਹੈ ਬਸ। और इनू पछतावा है और ये माफी मांग रहा है और पिता जश्न दियां तैयारियां कर रहा। बोलो हालेलुया, ਹਾਲੇਲੂਇਆ। हाँ जी अगे पढ़िए। ਕਿਉਂ ਜੋ ਮੇਰਾ ਇਹ ਪੁੱਤਰ ਮੋਇਆ ਹੋਇਆ ਸੀ ये मेरा पुत्र मर गया सी ਅਤੇ ਫਿਰ ਜੀ ਪਿਆ ਹੈ, फिर जिंदा हो गया है, ਗਵਾਚ ਗਿਆ ਸੀ गवाच गया सी ਅਤੇ ਫਿਰ ਲੱਭ ਪਿਆ ਹੈ। फिर लब गया। बोलो हालेलुया, ਹਾਲੇਲੂਇਆ। हालेलुया। आज भी मेरे प्रियो बहुत सारे लोग गवाच चुके हैं, कहंदे ਅਸੀਂ ਯਿਸੂ ਮਸੀਹ ਨੂੰ ਮੰਨਦੇ ਆ, ਕਿਹਨੂੰ ਮੰਨਦੇ ਆ? ਯਿਸੂ ਮਸੀਹ। ਪਰ ਰੀਅਲ ਦੇ ਵਿੱਚ ਗਵਾਚੇ ਹੋਏ ਆ। ਰੀਅਲ ਦੇ ਵਿੱਚ ਕਈਆਂ ਦੀਆਂ ਤਾਂ ਬਾਈਬਲਾਂ ਹੀ ਨਹੀਂ ਲੱਭਣ ਨਹੀਂ ਆ, ਬਾਈਬਲ ਹੀ ਪਤਾ ਨਹੀਂ ਕਿੱਥੇ ਆ। ਕਈਆਂ ਨੇ ਤਾਂ ਲੋਕਡਾਊਨ 'ਚ ਪਰਮੇਸ਼ਵਰ ਨੂੰ ਭੁਲਾਦਾ ਹੈ, ਪਤਾ ਨਹੀਂ ਪਰਮੇਸ਼ਵਰ ਚਰਚ ਵੀ ਕਿੱਥੇ ਆ।
पास्टर पता नहीं किथे लगा, परमेश्वर पता नहीं किथे है। मेरे प्रियो, ना तो पास्टर किते गया ते ना चर्च किते गया ते ना यसु मसीह किते गया है। तुसी किथे गए हो? बस परमेश्वर ये चाहता है कि तुसी पाप च तां नहीं गए, कि तुसी गुनाह च तां नहीं गए, कि तुसी धोखे च तां नहीं चले गए, कि तुसी परमेश्वर तो पिछे तां नहीं हो गए, कि तुहाडी दुआ प्रार्थना पहला वाली है या नहीं, बाइबल पहला वाली है या नहीं, पहला वाला स्पिरिचुअल आत्मिक जीवन पवित्रताई दी जिंदगी तुहाडी है या नहीं, कि तुसी गवाच चुके हो। तो आज यीशु मसीह तुहाडा की कर रहा है? इंतजार कर रहा। बोलो हालेलुया, हालेलुया, जोर से बोलिए हालेलुया। हालेलुया। आज यीशु मसीह तुहाडा इंतजार कर रहे हैं। वो कह रहा मेरी बेटी वापस आ जा, मेरे बेटे वापस आ जा, मैं तेनू प्रेम करदा वा, मैं तेरे लिए दुनिया ते आया, मैं तेरे लिए मारिया गया, गड्ढिया गया और तीसरे दिन मुर्दियां दे विचों जी उठा। बोलिए हालेलुया। मैं आज भी चाहता हाँ और मैं तेनू प्यार करदा, मैं तेरे सारे गुनाह माफ करने दे लिए तैयार वा। बस तेनू अपने कीते ते की होना चाहिए, पछतावा होना चाहिए। और बाइबल दसदी आ इसलिए तौबा करो मुड़ो तुहाडे पाप मिटाए जाणगे ते प्रभु दे हजूर सुख दे दिन आ जाणगे। यीशु मसीह ने आख्या राह सच्चाई ते जिंदगी लैवा। ये तो वापस आ गया जे साडी वारी है। मेरे प्रियो, अगर तुसी सचमुच बैक साइड हो चुके हो, गवा चुके हो, ते अज वापस आइए। यीशु मसीह आप सब दा इंतजार कर रहे हैं, आप सब दा इंतजार कर रहे हैं। वचन दे विच लिखिया यीशु कहंदे आ वेख मैं तेरे दिल दे दरवाजे ते खटखटा रहा, अगर तू अपने दिल दा दरवाजा खोलेगा ते मैं तेरे दिल दे अंदर आ जावांगा। यीशु मसीह तेरे दिल दे अंदर आना चाहता है, तेरी जिंदगी दे विच आना चाहता है यीशु मसीह। और वो तेनू प्यार करता है और तेरी जिंदगी नू बचाना चाहता है। अज वो फिर तेनू गल दे नाल लाउणा चाहता है। अगर अज तू बुरे हालातां च फसी हो या हालातां च फसिया होया, अज यीशु तेरा इंतजार कर रहा है, वो तेरा इंतजार कर रहा है। वो तुहानू कह रहा है हे सारे थके ते पारिठां दे लोको, मेरे कोल आओ ते मैं तुहानू की दवांगा? आराम दवांगा। यीशु मसीह कह रहा राह सच्चाई ते जिंदगी मैं वां। यीशु कह रहे जगत दा चानन मैं वां। जिहड़ा मेरे पीछे तुरदा है वो कदे भी हनेरे विच रहिंदा नहीं है। आइए अपनी अखां बंद करिए और प्रार्थना करिए। सब दुआ में जाए, सब प्रार्थना करें और इस अजारू पुत्र की तरह आज वापस आ जाए, आज वापस आ जाए मेरी बहनों, आज वापस आ जाए मेरे भाई, आज वापस आ जाए और परमेश्वर से कहें, यीशु से कहें यीशु मैं वापस आ रही हूँ, यीशु मैं वापस आ रहा हूँ। प्रभु मुझ पर दया करे, मेरी जिंदगी पर दया करे, मेरी जिंदगी पर दया करे परमेश्वर, मेरी जिंदगी पर दया करे पिता। आज मैं वापस आता हूँ। उसके पास ही सब कुछ है, यीशु के पास आनंद है, यीशु के पास शांति है। संसार में आपको शांति नहीं मिलेगी, इसे संसार में शांति नहीं मिलेगी, इसे संसार में जो कुछ भी था उसका चला गया। मेरे प्रिय, संसार में आपके पास जो भी है वो एक दिन खत्म हो जाएगा, वो एक दिन चले जाएगा, लेकिन आपके पास यीशु मसीह होना बहुत 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 इंपॉर्टेंट है, बहुत जरूरी है। बिन तेरे मैं कुछ भी नहीं, बिन तेरे मैं कुछ भी नहीं, यहोवा मुझे तेरी जरूरत है, यहोवा मुझे तेरी जरूरत है। तू मेरे चेहरे की रौनक और मेरी कुव्वत, अजमती और जलाल के बादशाह तुझसे है मेरी सीरत, अजमती और जलाल के बादशाह तुझसे है मेरी सीरत। तेरे बिना ये जिंदगी मेरी, तेरे बिना ये जिंदगी मेरी बेरौनक बेसूरत है, यहोवा। अपने हाथों को उठाए, मुझे तेरी जरूरत है। मेरे प्रियो, अगर आपके पास यीशु है तो आपके पास सब कुछ है। अगर यीशु आपके पास नहीं है तो आपके पास कुछ भी नहीं है। इसलिए बोलता है बिन तेरे मैं कुछ भी नहीं, मुझे तेरी जरूरत है। हाँ, आप बोल सकते हैं और कह सकते हैं प्रभु यीशु मैनू तेरी लोड़ है, मुझे तेरी जरूरत है परमेश्वर, मैं तेरे बगैर अधूरा, तेरे बगैर मेरी जिंदगी अधूरी है, तेरे बगैर मेरा उठना मेरा बैठना व्यर्थ है, तेरे बगैर मेरा चलना मेरा बोलना मेरा सोचना मेरा विचारना व्यर्थ है, तेरे बगैर ये मेरी कामयाबी रुक सकती है मेरे पिता, और रुक चुकी है या तो आज ही आपने जीवन में यीशु को बुलाया, वो आपसे प्रेम करता है। मैं एक सिस्टर को देख रहा हूँ जिसके
शरीर के एक हिस्से में पेन हो रही है, दर्द हो रही है, परमेश्वर उसे उस दर्द से आजाद कर रहे हैं। और रबाला का न धना ला रे सिंदा न मजिया रे शूला रबा सीला रबा सखा न मजिया रबा। थैंक यू जीसस, हालेलुया। सिस्टर जी, परमेश्वर आपसे प्रेम करते हैं, परमेश्वर आपसे प्रेम करते हैं, परमेश्वर आपसे प्रेम करते हैं और यीशु मसीह आपसे प्रेम करते हैं। यीशु किसी धर्म और जात को नहीं बदलते, यीशु मसीह इंसान की जिंदगी को बदलते हैं। आपकी बॉडी को दर्द छोड़ के जा रही है, आपके शरीर के एक हिस्से में दर्द हो रही है जो काफी समय से है, लेकिन आज वो दर्द आपको छोड़ के जा रही है इसी वक्त। यीशु नासरी के नाम में पेन छोड़, यीशु के नाम में, यीशु नासरी के नाम में आप चंगे हो जाओ। यीशु ने आज से हजारों साल पहले हमारे लिए मार खाया, वो मारा गया, वो गाड़ा गया, क्रूस उठाया, हाथों और पांव में कील ठुकवाया और तीसरे दिन मृतकों में से जी उठा। वो जीवत परमेश्वर आज भी जीवत है, आपसे प्रेम करता है। जो मेरी आवाज को सुन रहे हैं, मैं आप सबके लिए प्रार्थना कर रहा हूँ। आप अपने बॉडी पर हाथ रख लें, अपने सिर पे हाथ रख लें, या अपनी दर्द वाली जगह पे हाथ रख सकते हो, अपने सिर में हाथ रखिए। परमेश्वर का दास होने के नाते यीशु नासरी के नाम में मैं प्रार्थना करता हूँ, जो भटक चुके हैं, जो खो चुके हैं, आज वो यीशु नासरी के नाम में वापस आ जाए। और मैं प्रेयर करता हूँ यीशु नासरी के नाम में उन लोगों के लिए जो मेरी आवाज को सुन रहे हैं, या सुनने के लिए जा रहे हैं, जिनको कोई भी प्रॉब्लम है, आपकी बॉडी को छोड़ के पैर की तली से लेकर सिर के बालों तक आपके जीवन में जो कुछ दुख है, यीशु नासरी के नाम में छोड़ के चला जाए। यीशु नासरी के नाम में ठीक हो जाओ। मेरा परमेश्वर आपको छुए और चंगा करे, और लगातार आप प्रभु में उसके वचन में पढ़ते जाएं। प्रार्थना यीशु मसीह के नाम से मांगते हैं, आमीन। बोलिए हालेलुया। गॉड ब्लेस यू। परमेश्वर आप सबको आशीष दे। और हम आपको बताना चाहते हैं मेरे प्रियो, जब तक संडे लॉकडाउन रहेगा, पंजाब में संडे लॉकडाउन है, और संडे वाले दिन हम लाइव मीटिंग करते हैं 11 बजे से लेके, जैसे कि आपको पता अभी 12:30 1 बजे तक। और आप संडे हमें लाइव देख सकते हैं, परमेश्वर के वचन को सुन सकते हैं, परमेश्वर के वचन में बढ़ सकते हैं। और इसके अलावा संडे के अलावा संडे लॉकडाउन होने के कारण हमने वो मंडे को मीटिंग रखा है। कल वाले दिन सोमवार को होगी। जब तक संडे लॉकडाउन रहेगा, सोमवार को हम मीटिंग करेंगे। सोमवार को टाइम है 9:30 बजे से लेके 11:30 बजे तक, 9:30 बजे से लेके 11:30 बजे तक टाइम है। राइट 11:30 बजे मीटिंग समाप्त हो जाएगी। सो आप अपनी सेफ्टी के साथ मास्क पहन कर आएँ और सेफ्टी के साथ आएँ और प्रार्थना के साथ आएँ और परमेश्वर के वचन को सुने और आशीष पाएं। प्रभु आपको आशीष दे। अगर कोई और जानकारी लेना चाहते हैं या परमेश्वर के वचन में से कुछ बात पूछना चाहते हैं, तो आप हमारे मोबाइल नंबर पर डायरेक्शन पे, हमने यूट्यूब पे और फेसबुक में आप हमारे मोबाइल नंबर को ले सकते हैं, जो है 9781869835। ये हमारा मोबाइल नंबर है। आप इस नंबर पर कभी भी प्रार्थना करवा सकते हैं और कभी भी आप हमसे कनेक्ट करके परमेश्वर यीशु मसीह के वचन को सीख सकते हैं। गॉड ब्लेस यू। परमेश्वर आप सबको आशीष दे। आइए लास्ट प्रार्थना करेंगे, अपनी आंखें बंद करें। पिता परमेश्वर का प्रेम, प्रभु यीशु का अनुग्रह, पवित्र आत्मा की संगति, सहभागिता परमेश्वर आज के वचन के साथ, जो मेरी आवाज को सुन रहे हैं इन सबके साथ, मसीह लोगों के साथ, अब से लेके यीशु की दूसरी आमद तक हमेशा तक आशीष होती रही। आमीन। बोलिए हालेलुया। सो गॉड ब्लेस यू। परमेश्वर आपको आशीष दे।